ਅੱਜ ਅਸੀਂ ਪੁੱਜੇ ਹਾਂ ਅਜਨਾਲਾ ਦੇ ਸ਼ਹੀਦਾਂ ਵਾਲੇ ਖੂਹ। ਇਸ ਨੂੰ ਬਾਗੀਆਂ ਦਾ ਖੂਹ ਤੇ ਕਾਲਿਆਂ ਦਾ ਖੂਹ ਵੀ ਕਿਹਾ ਜਾਂਦਾ ਸੀ। ਕਿਉਂਕਿ ਗੋਰੇ ਅੰਗਰੇਜ਼ ਇੰਡੀਅਨਸ ਨੂੰ ਕਾਲੇ ਕਹਿ ਕੇ ਹੀ ਸੰਬੋਧਿਤ ਕਰਦੇ ਸਨ। ਖੂਹ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੁੰਦਰ ਇਮਾਰਤ ਸੁਸ਼ੋਭਿਤ ਹੈ। ਅਸੀਂ ਦਿਲੋਂ ਧੰਨਵਾਦੀ ਹਾਂ ਸਰਦਾਰ ਕਾਬਲ ਸਿੰਘ ਤੇ ਉਹਨਾਂ ਦੀ ਟੀਮ ਦੇ, ਜਿਨ੍ਹਾਂ ਨੇ ਸਾਨੂੰ ਇਹ ਵੀਡੀਓ ਬਣਾਉਣ ਦੇ ਵਿੱਚ ਪੂਰਾ ਸਹਿਯੋਗ ਦਿੱਤਾ। ਅਸੀਂ ਪੁੱਜੇ ਹਾਂ ਅਜਨਾਲਾ ਕਿੱਥੇ? ਸ਼ਹੀਦਾਂ ਵਾਲੇ ਖੂਹ ਤੇ। ਸੋ ਕੀ ਹੈ ਸ਼ਹੀਦਾਂ ਵਾਲੇ ਖੂਹ ਦਾ ਇਤਿਹਾਸ? ਆਓ ਗੱਲ ਕਰਦੇ ਹਾਂ ਇਸ ਬਾਰੇ ਦੇ ਵਿੱਚ। 30 ਜੁਲਾਈ 1857 ਨੂੰ ਜਦ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਭੜਕਦਾ ਏ ਤਾਂ ਕਈ ਛਾਉਣੀਆਂ ਤੋਂ ਹੁੰਦੀ ਹੋਈ ਇਹ ਅੱਗ ਲਾਹੌਰ ਦੀ ਮੀਆਂ ਮੀਰ ਛਾਉਣੀ ਦੇ ਵਿੱਚ ਵੀ ਪੁੱਜੀ। ਉੱਥੇ ਅੰਗਰੇਜ਼ ਅਫਸਰਾਂ ਨੂੰ ਜਦ ਅੰਦਾਜ਼ਾ ਹੋ ਗਿਆ ਕਿ ਜਿਹੜੀ ਸਾਡੀ ਛਾਉਣੀ ਦੇ ਜਿਹੜੇ ਫੌਜੀ ਨੇ ਉਹ ਬਗਾਵਤ 'ਤੇ ਉਤਰ ਆਏ ਨੇ, ਤਾਂ ਉਹਨਾਂ ਨੇ ਉਹਨਾਂ ਫੌਜੀਆਂ ਦੇ ਹਥਿਆਰ ਖੋਹ ਕੇ ਉਸ ਜਿਨ੍ਹਾਂ ਤੋਂ ਉਹਨਾਂ ਨੂੰ ਖਤਰਾ ਸੀ ਉਸ ਰੈਜੀਮੈਂਟ ਦੇ ਹਥਿਆਰ ਖੋਹ ਕੇ ਉਹਨਾਂ ਨੂੰ ਬੈਰਕਾਂ ਦੇ ਵਿੱਚ ਬੰਦ ਕਰਤਾ। ਲੇਕਿਨ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਜਵਾਨ ਸੀ ਜਿਸਦਾ ਕਿ ਨਾਂ ਸੀਗਾ ਪ੍ਰਕਾਸ਼ ਪਾਂਡੇ, ਉਹ ਕਿਸੇ ਤਰ੍ਹਾਂ ਬੈਰਕ 'ਚ ਬੰਦ ਹੋਣ ਤੋਂ ਬਚ ਗਿਆ। ਲੇਕਿਨ ਜਦ ਇੱਕ ਪਹਿਰੇਦਾਰ ਸਪੈਂਸਰ ਨਾਂ ਸੀ ਉਹਦਾ, ਜਦ ਉਹ ਦੌਰੇ 'ਤੇ ਆਇਆ, ਵੇਖਣ ਵਾਸਤੇ ਆਇਆ, ਤਾਂ ਉਸਨੇ ਉਹਦੀ ਹੀ ਤਲਵਾਰ ਦੇ ਨਾਲ ਉਹਦਾ ਕਤਲ ਕਰਤਾ ਤੇ ਜਿੰਨੇ ਅੰਦਰ ਫੌਜੀ ਬੈਰਕ ਦੇ ਵਿੱਚ ਬੰਦ ਕੀਤੇ ਸੀ ਸਾਰਿਆਂ ਨੂੰ ਬਾਹਰ ਕੱਢ ਲਿਆ। ਜਦ ਇਹ ਸਾਰੇ ਬਾਹਰ ਆ ਕੇ ਗਰਾਊਂਡ ਦੇ ਵਿੱਚ ਇਕੱਠੇ ਹੋਏ ਤਾਂ ਅੰਗਰੇਜ਼ ਅਫਸਰਾਂ ਨੇ ਇਹਨਾਂ ਦੇ ਉੱਤੇ ਗੋਲੀ ਚਲਾਈ। ਕਈ ਉੱਥੇ ਸ਼ਹੀਦ ਹੋ ਗਏ ਤੇ ਕਈ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਉੱਥੋਂ ਭੱਜ ਕੇ ਇਹ ਰਾਵੀ ਨਦੀ ਦੇ ਨਾਲ ਪਿੰਡ ਡੋਡੀਆਂ ਵਿਖੇ ਪਹੁੰਚੇ, ਜਿੱਥੋਂ ਕਿ ਇਹਨਾਂ ਨੇ ਪੱਤਨ ਪਾਰ ਕਰਕੇ ਅੰਮ੍ਰਿਤਸਰ ਦੇ ਲੋਹਗੜ੍ਹ ਕਿਲੇ ਦੇ ਵਿੱਚ ਪੁੱਜਣਾ ਸੀ ਤੇ ਉੱਥੋਂ ਫਿਰ ਦਿੱਲੀ ਨੂੰ ਕੂਚ ਕਰਨਾ ਸੀ। 31 ਜੁਲਾਈ ਨੂੰ ਸਵੇਰੇ ਇਹ ਸਾਰੇ ਰਾਵੀ ਦਰਿਆ ਦੇ ਕੰਢੇ 'ਤੇ ਇਕੱਠੇ ਹੁੰਦੇ ਨੇ ਤੇ ਬਰਸਾਤਾਂ ਦੇ ਦਿਨ ਸੀ, ਰਾਵੀ ਪੂਰੇ ਆਪਣੇ ਉਫਾਨ 'ਤੇ ਹੁੰਦੀ ਹੈ। ਜਦੋਂ ਇਹ ਉੱਥੋਂ ਦੇ ਲੋਕਲ ਲੋਕਾਂ ਨੂੰ ਕੋਈ ਸੇਫ ਰਸਤਾ ਪੁੱਛਦੇ ਨੇ ਰਾਵੀ ਪਾਰ ਕਰਨ ਦਾ, ਤੇ ਹੌਲੀ ਹੌਲੀ ਇਹ ਗੱਲ ਪਿੰਡ ਦਾ ਜਿਹੜਾ ਚੌਕੀਦਾਰ ਸੀਗਾ ਉਹਦੇ ਕੋਲ ਪਹੁੰਚਦੀ ਹੈ ਤੇ ਉਹ ਅੱਗੇ ਪਿੰਡ ਦੇ ਨੰਬਰਦਾਰ ਤੱਕ ਪਹੁੰਚਾ ਦਿੰਦਾ ਹੈ ਤੇ ਹੌਲੀ ਹੌਲੀ ਇਹ ਗੱਲ ਜਿਹੜੀ ਸੀ ਅੰਗਰੇਜ਼ ਅਫਸਰਾਂ ਕੋਲ ਪਹੁੰਚ ਜਾਂਦੀ ਹੈ। ਤੇ ਅੰਮ੍ਰਿਤਸਰ ਦਾ ਜਿਹੜਾ ਡੀਸੀ ਸੀਗਾ ਹੈਨਰੀ ਕੂਪਰ, ਉਹ ਵੀ ਆਪਣੀ ਫੌਜ ਲੈ ਕੇ ਇਹਨਾਂ ਸਾਰਿਆਂ ਨੂੰ ਘੇਰਾ ਪਾ ਲੈਂਦਾ ਹੈ ਤੇ ਉੱਥੇ ਰਾਵੀ ਦਰਿਆ ਦੇ ਕੰਢੇ 'ਤੇ ਕਾਫੀ ਕਤਲੇਆਮ ਕਰਦਾ ਹੈ, ਜਿੱਥੇ ਉਹਨਾਂ ਦੇ ਵਿੱਚੋਂ ਕਾਫੀ ਜਵਾਨ ਤੇ ਉੱਥੇ ਹੀ ਸ਼ਹੀਦ ਹੋ ਜਾਂਦੇ ਨੇ, ਲੇਕਿਨ ਕੁਝ ਰਾਵੀ ਦਰਿਆ ਦੇ ਵਿੱਚ ਛਾਲ ਮਾਰ ਦਿੰਦੇ ਨੇ। ਹੈਨਰੀ ਕੂਪਰ ਉੱਥੋਂ 216 ਦੇ ਕਰੀਬ ਜਵਾਨਾਂ ਨੂੰ ਫੜ ਕੇ ਅਜਨਾਲੇ ਥਾਣੇ ਦੇ ਵਿੱਚ ਲੈ ਆਉਂਦਾ ਹੈ। ਤੇ ਹੈਨਰੀ ਕੂਪਰ ਨੇ ਇੱਕ ਕਿਤਾਬ ਲਿਖੀ ਸੀ, ਉਹ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਪਹਿਲਾਂ ਤਾਂ ਮੇਰਾ ਇਰਾਦਾ ਇਹ ਸੀਗਾ ਕਿ ਮੈਂ ਇਹਨਾਂ ਸਾਰਿਆਂ ਨੂੰ ਰਾਤ ਹੀ ਤੋਪਾਂ ਦੇ ਨਾਲ ਉਡਾ ਦਾਂ ਜਾਂ ਫਿਰ ਇਹਨਾਂ ਨੂੰ ਰਾਤ ਹੀ ਮੈਂ ਫਾਂਸੀ ਦੇ ਦਾਂ, ਲੇਕਿਨ ਉਹ ਲਿਆ ਕੇ ਉਹਨਾਂ ਨੂੰ ਸਾਰਿਆਂ ਨੂੰ 216 ਜਿਹੜੇ ਜਵਾਨ ਸੀ ਉਹਨਾਂ ਨੂੰ ਅਜਨਾਲੇ ਥਾਣੇ ਦੇ ਵਿੱਚ ਜੇਲ੍ਹ ਦੇ ਵਿੱਚ ਡੱਕ ਦਿੰਦਾ ਹੈ। ਤੇ ਉਸ ਤੋਂ ਬਾਅਦ ਜਿਹੜੇ ਰਾਵੀ ਦਰਿਆ ਦੇ ਵਿੱਚ ਜਿਹੜੇ ਛਾਲਾਂ ਮਾਰ ਕੇ ਭੱਜੇ ਸੀ 66 ਦੇ ਕਰੀਬ ਉਹ ਵੀ ਜਵਾਨ ਸੀ ਜਿਹੜੇ ਭੁੱਖੇ ਸੀਗੇ, ਜ਼ਖਮੀ ਹਾਲਤ ਦੇ ਵਿੱਚ ਸੀ, ਔਰ ਬਰਸਾਤਾਂ ਦੇ ਦਿਨ ਸੀ, ਉਮਸ ਬਹੁਤ ਜ਼ਿਆਦਾ ਸੀ, ਔਰ ਥਾਣੇ ਦੇ ਜਿਹੜੇ ਛੋਟੇ ਛੋਟੇ ਕਮਰੇ ਸੀ ਉਹਦੇ ਵਿੱਚ ਉਹ ਪਸੀਨੇ ਦੇ ਨਾਲ ਦਮ ਘੁੱਟ ਰਿਹਾ ਸੀ ਉਹਨਾਂ ਦਾ, ਉੱਥੇ ਉਹਨਾਂ ਨੂੰ ਕੈਦ ਕਰ ਦਿੰਦਾ ਹੈ। ਤੇ ਅਗਲੇ ਦਿਨ ਸਵੇਰੇ ਉਹ 10-10 ਦੇ ਗਰੁੱਪਾਂ ਦੇ ਵਿੱਚ ਸਾਰਿਆਂ ਨੂੰ ਬਾਹਰ ਕੱਢਦਾ ਹੈ ਤੇ ਸ਼ੂਟ ਕਰਕੇ ਸਾਰਿਆਂ ਦਾ ਕਤਲੇਆਮ ਕਰ ਦਿੰਦਾ ਹੈ। ਜਦੋਂ ਹੌਲੀ ਹੌਲੀ 216 ਦੇ ਜਵਾਨਾਂ ਨੂੰ ਉਹਨੇ ਕਤਲ ਕਰਤਾ, ਦਰਦਨਾਕ ਮੌਤ ਦੇ ਦਿੱਤੀ ਉਹਨਾਂ ਨੂੰ, ਤੇ ਇੱਕ ਲਾਸ਼ਾਂ ਦਾ ਢੇਰ ਲੱਗ ਗਿਆ। ਪਹਿਲਾਂ ਤਾਂ ਉਹਨੇ ਸੋਚਿਆ ਕਿ ਪਹਿਲਾਂ ਉਹ ਲਿਖਦਾ ਹੈ ਕਿ ਉਹ ਕਹਿੰਦਾ ਕਿ ਮੇਰਾ ਪਹਿਲਾਂ ਇਰਾਦਾ ਸੀਗਾ ਕਿ ਇਹਨਾਂ ਨੂੰ ਅੱਗ ਲਾ ਦਾਂ, ਫਿਰ ਮਹਾਮਾਰੀ ਨਾ ਫੈਲ ਜਾਏ, ਇਸ ਕਰਕੇ ਉਹਨੂੰ ਲਾਗੇ ਇੱਕ ਖੂਹ ਦਿਖਿਆ ਤੇ ਉਹਨੇ ਉਹ ਸਾਰੀਆਂ ਜਿਹੜੀਆਂ ਲਾਸ਼ਾਂ ਸੀ ਉਸ ਖੂਹ ਦੇ ਵਿੱਚ ਸੁੱਟਵਾ ਦਿੱਤੀਆਂ। ਤੇ ਜਦੋਂ ਉਸਨੂੰ ਪਤਾ ਲੱਗਾ ਕਿ 66 ਜਿਹੜੇ ਹੋਰ ਕੈਦੀ ਫੜੇ ਨੇ ਉਹ ਅੱਧੇ ਬੇਹੋਸ਼ ਸੀ, ਅੱਧੇ ਭੁੱਖ ਨਾਲ, ਅੱਧੇ ਗਰਮੀ ਨਾਲ, ਉਮਸ ਦੇ ਨਾਲ ਉਹ ਅੱਧ ਮਰੇ ਹੋਏ ਸਨ, ਉਹਨਾਂ ਨੂੰ ਜਿਉਂਦਿਆਂ ਹੀ ਉਸ ਖੂਹ ਦੇ ਵਿੱਚ ਸੁੱਟ ਕੇ ਤੇ ਉਹਦੇ ਉੱਪਰ ਮਿੱਟੀ ਪਵਾ ਦਿੱਤੀ। ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਉਸ ਖੂਹ ਦੇ। ਸੋ ਦੋਸਤੋ, ਇਹ ਹੈ ਉਹ ਖੂਹ ਜਿਸ ਵਿੱਚ ਅੰਗਰੇਜ਼ ਅਫਸਰ ਹੈਨਰੀ ਕੂਪਰ ਨੇ 282 ਦੇ ਕਰੀਬ ਜਿਹੜੇ ਉਹਦੇ ਰੈਜੀਮੈਂਟ ਦੇ ਜਵਾਨ ਸੀ ਉਹਨਾਂ ਨੂੰ ਸ਼ਹੀਦ ਕਰਕੇ ਇਹਨਾਂ ਦੇ ਵਿੱਚ ਸੁਟਵਾ ਦਿੱਤਾ ਸੀ।
282 ਦੇ ਕਰੀਬ ਇਹਦੇ ਵਿੱਚ ਲਾਸ਼ਾਂ ਦਫਨ ਕਰਤੀਆਂ ਸੀ ਹੈਨਰੀ ਕੂਪਰ ਨੇ। ਦੱਸਦੇ ਨੇ ਕਿ ਕਈ ਜਦੋਂ ਇਸ ਦੀ ਖੁਦਾਈ ਕਰਕੇ ਉਹਨਾਂ ਅਸਥੀ ਪਿੰਜਰਾਂ ਨੂੰ ਕੱਢਿਆ ਗਿਆ ਤਾਂ ਕਈ ਅਸਥੀ ਪਿੰਜਰ ਖੜੀ ਹਾਲਤ ਦੇ ਵਿੱਚ ਸਨ। ਕਹਿੰਦੇ ਨੇ ਕਿ ਜਦੋਂ ਇਨਸਾਨ ਮਰ ਰਿਹਾ ਹੋਵੇ ਤੇ ਉਹ ਕੱਖਾਂ ਕਣਾਂ ਨੂੰ ਵੀ ਹੱਥ ਪਾਉਂਦਾ, ਤੇ ਗੱਲ ਕਰਦੇ ਕਿ ਉਦੋਂ ਕਈ ਜਿਹੜੇ ਅਸਥੀ ਪਿੰਜਰ ਸੀ ਉਹ ਖੜੀ ਹਾਲਤ ਦੇ ਵਿੱਚ ਮੌਜੂਦ ਸਨ, ਯਾਨੀ ਕਿ ਆਪਣੇ ਆਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕਿਸੇ ਤਰ੍ਹਾਂ ਬਚ ਜਾਈਏ ਅਸੀਂ। ਸੋ ਅਸੀਂ ਮੌਜੂਦ ਹਾਂ ਸ਼ਹੀਦਾਂ ਦਾ ਖੂਹ ਅਜਨਾਲਾ। ਦੋਸਤੋ, ਹੈਨਰੀ ਕੂਪਰ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਮੈਂ ਇਸ ਖੂਹ ਦੇ ਵਿੱਚ ਗਾਂ ਖਾਣ ਵਾਲੇ, ਗਾਂ ਪੂਜਣ ਵਾਲੇ, ਅੱਲਾਹੂ ਅਕਬਰ ਕਹਿਣ ਵਾਲੇ ਤੇ ਬੋਲੇ ਸੋ ਨਿਹਾਲ ਕਹਿਣ ਵਾਲੇ ਸਾਰੇ ਧਰਮਾਂ ਨੂੰ ਇਹਦੇ ਵਿੱਚ ਮੈਂ ਦਫਨ ਕਰਤਾ ਹੈ। ਉਹ ਆਪਣੀ ਕਿਤਾਬ ਦੇ ਵਿੱਚ ਬੜੇ ਹੀ ਘਮੰਡ ਨਾਲ ਲਿਖਦਾ ਹੈ ਕਿ ਮੈਂ ਆਪਣਾ ਇੱਕ ਵੀ ਅਫਸਰ, ਇੱਕ ਵੀ ਜਵਾਨ ਸ਼ਹੀਦ ਕੀਤੇ ਬਿਨਾਂ ਕਿੰਨੇ ਦੇਸ਼ ਭਗਤਾਂ ਨੂੰ ਮੈਂ ਸ਼ਹੀਦ ਕਰਤਾ, ਉਹਨਾਂ ਨੂੰ ਕਤਲ ਕਰਤਾ। ਸੋ ਜਲਿਆਂਵਾਲਾ ਬਾਗ ਖੂਹ ਤੇ ਇੱਕ ਇਹ ਖੂਹ, ਇਹਨਾਂ ਦੋਨਾਂ ਦੀ ਕਰੀਬ ਇੱਕ ਜਿਹੀ ਕਹਾਣੀ ਹੈ। ਕਈ ਦਹਾਕਿਆਂ ਤੱਕ ਇਸ ਖੂਹ ਦੇ ਉੱਪਰ ਗੁਰਦੁਆਰਾ ਸਾਹਿਬ ਬਣਿਆ ਸੀ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਰਿਹਾ, ਕਿਉਂਕਿ ਲੋਕਾਂ ਨੂੰ ਇਸ ਸਥਾਨ ਦੇ ਬਾਰੇ ਕੋਈ ਪੱਕੀ ਨੌਲੇਜ ਨਹੀਂ ਸੀ, ਕੋਈ ਪੱਕਾ ਪ੍ਰੂਫ ਨਹੀਂ ਸੀ ਕਿ ਇਹ ਜੋ ਸਥਾਨ ਹੈ ਉਹ ਇਸ ਜਗ੍ਹਾ 'ਤੇ ਸਥਿਤ ਹੈ। ਫਿਰ 2014 'ਚ ਡਾਕਟਰ ਸੁਰਿੰਦਰ ਕੋਛੜ ਨੇ, ਉਹਨਾਂ ਦੇ ਯਤਨਾਂ ਸਦਕਾ ਇਸ ਖੂਹ ਦੀ ਜਿਹੜੀ ਸੀ ਖੁਦਾਈ ਕੀਤੀ ਗਈ ਔਰ ਫਿਰ ਇਹਦੇ ਵਿੱਚੋਂ ਕਰੀਬ 282 ਦੇ ਕਰੀਬ ਜਿਹੜੇ ਕੰਕਾਲ ਨਿਕਲੇ, ਕਈ ਦੰਦਾਂ ਦੇ ਜੋੜੇ ਨਿਕਲੇ, ਦੰਦਾਂ ਦੇ ਜਿਹੜੇ ਕਈ ਹਜ਼ਾਰ ਦੰਦ ਸੀਗੇ ਸਾਰੇ ਜਿੰਨੇ ਵੀ ਇਹਦੇ ਵਿੱਚ ਦਫਨ ਹੋਏ ਸਨ। ਫਿਰ ਜਦੋਂ ਇਹਦੀ ਇਸ ਖੂਹ ਦੀ ਖੁਦਾਈ ਕੀਤੀ ਤਾਂ ਉਹਨਾਂ ਨੇ ਸਾਰੇ ਧਰਮਾਂ ਦੇ ਜਿਹੜੇ ਪੁਜਾਰੀ ਸੀ, ਸਿੱਖ ਧਰਮ ਦੇ ਵਾਸਤੇ ਅਰਦਾਸ ਕਰਨ ਵਾਸਤੇ 5 ਪਿਆਰੇ ਸੱਦੇ ਗਏ, ਫਿਰ ਕ੍ਰਿਸਚਨ ਵਾਸਤੇ ਪਾਦਰੀ ਸੱਦੇ ਗਏ ਔਰ ਇੱਕ ਫਰੀਦਕੋਟ ਤੋਂ ਇੱਕ ਮੁਸਲਮਾਨ ਜਿਹੜਾ ਸੀ ਮੌਲਵੀ ਸੱਦਿਆ ਗਿਆ ਔਰ ਇੱਥੇ ਅਰਦਾਸ ਕਰਨ ਤੋਂ ਬਾਅਦ ਸਾਰੇ ਧਰਮਾਂ ਦੀ ਫਿਰ ਇਸ ਖੂਹ ਦੀ ਜਿਹੜੀ ਸੀ ਖੁਦਾਈ ਕਰਕੇ ਉਹਨਾਂ ਅਸਥੀ ਪਿੰਜਰਾਂ ਨੂੰ ਬਾਹਰ ਕੱਢਿਆ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਸਰਦਾਰ ਕਾਬਲ ਸਿੰਘ ਜੀ ਸ਼ਾਹਪੁਰੀ, ਤੇ ਇਸ ਖੂਹ ਬਾਰੇ ਕੁਝ ਵਧੇਰੇ ਜਾਣਕਾਰੀ ਸੀ ਉਹਨਾਂ ਕੋਲੋਂ ਪ੍ਰਾਪਤ ਕਰਦੇ ਹਾਂ। ਭਾਜੀ ਤੁਸੀਂ ਕੀ ਦੱਸਦੇ ਕਿ ਜਿਹੜਾ ਇਹਨਾਂ ਦਾ ਸੰਸਕਾਰ ਹੋਇਆ ਸੀ ਕਿ ਕੀ? ਨਹੀਂ, ਇਹਨਾਂ ਦੀਆਂ ਜਦੋਂ ਅਸੀਂ ਅਸਥੀਆਂ ਇੱਥੋਂ ਕੱਢੀਆਂ ਨਾ, ਹਾਂਜੀ, ਅਸਥੀਆਂ ਕੱਢ ਕੇ ਤੇ ਫਿਰ ਕਾਫੀ ਸਮਾਂ ਤੇ ਇਹਨਾਂ ਦੀਆਂ ਅਸਥੀਆਂ ਇੱਥੇ ਰੱਖੀਆਂ, ਸੰਗਤਾਂ ਬਹੁਤ ਆਉਂਦੀਆਂ ਸੀ ਦਰਸ਼ਨ ਕਰਨ, ਹਾਂਜੀ, ਉਹਨਾਂ ਦੇ ਦਰਸ਼ਨ ਕਰਨ ਵਾਸਤੇ। ਫਿਰ ਉਸ ਤੋਂ ਬਾਅਦ ਜਿਹੜੀਆਂ ਕੁਝ ਅਸਥੀਆਂ ਇਹਨਾਂ ਦੀਆਂ ਜਦੋਂ ਇਹਨਾਂ ਦੇ ਫਾਰੈਂਸਿਕ ਲੈਬ ਵਾਲੇ ਚੰਡੀਗੜ੍ਹ ਤੋਂ ਆਏ ਤੇ ਉਹਨਾਂ ਨੇ ਇਹਨਾਂ ਦੇ ਲੈਣੇ ਸੀਗੇ, ਆਪਣਾ DNA ਟੈਸਟ ਕਰਨੇ ਸੀਗੇ ਤੇ ਉਹਨਾਂ ਦੇ ਮੁੜ ਕੇ DNA ਕਰਕੇ ਤੇ ਜਿੱਥੇ ਇਹਨਾਂ ਦੇ ਅਵਧ ਦੇ ਖੇਤਰ ਦੇ ਹੈਗੇ ਸਾਰੇ ਬਿਹਾਰ ਦੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਲੱਭ ਕੇ ਉਹਨਾਂ ਨਾਲ ਮੈਚ ਕਰਾਉਣੀ, ਉਹਨਾਂ ਦੀ DNA ਮੈਚ ਕਰਨਾ ਸੀ, DNA ਮੈਚ ਕਰਨ ਵਾਸਤੇ ਕੁਝ ਅਸਥੀਆਂ ਤੇ ਚੰਡੀਗੜ੍ਹ ਲੈ ਗਏ ਸੀ ਉਹ ਫਾਰੈਂਸਿਕ ਲੈਬ ਵਾਲੇ, ਹਾਂਜੀ। ਔਰ ਕੁਝ ਅਸਥੀਆਂ ਫਿਰ ਅਸੀਂ ਇਹਨਾਂ ਦੇ ਇੱਕ ਬੜੇ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਇੱਥੋਂ ਵਾਹਵਾ 8-10 ਗੱਡੀਆਂ ਦਾ ਕਾਫਲਾ ਲੈ ਕੇ ਟਰੱਕ ਤੇ ਉਹ ਅਸੀਂ ਅਸਥੀਆਂ ਬੜੇ ਸਤਿਕਾਰ ਦੇ ਨਾਲ ਟਰੱਕ ਦੇ ਉੱਤੇ ਇੱਕ ਕੁੱਜਿਆਂ ਦੇ ਵਿੱਚ ਪਾ ਕੇ ਤੇ ਫਿਰ ਹਰਿਦੁਆਰ ਅਸੀਂ ਲੈ ਕੇ ਗਏ, ਕਾਫਲਾ ਲੈ ਕੇ ਗਏ ਸੀ। ਅੱਛਾ। ਤੇ ਹਰਿਦੁਆਰ ਜਾ ਕੇ ਉੱਥੇ ਅਸੀਂ ਗੰਗਾ ਦੇ ਵਿੱਚ ਇਹ ਅਸਥੀਆਂ ਪਾ ਕੇ ਆਏ ਪੂਰੀ, ਹਾਂਜੀ, ਉੱਥੇ ਕਰਕੇ ਆਈ ਹੈ। ਉਹਦੇ ਵਿੱਚ ਜਦੋਂ ਅਸੀਂ ਗਏ ਉਦੋਂ ਵੀ ਇੱਥੇ ਪੂਰੇ ਰਸਤੇ ਵਿੱਚ ਇੱਥੋਂ ਲੈ ਕੇ ਹਰਿਦੁਆਰ ਤੱਕ ਹੀ ਲੋਕਾਂ ਨੇ ਬੜਾ ਮਾਣ ਸਨਮਾਨ ਕੀਤਾ, ਸਾਰੀ ਸੰਗਤ ਦੇ ਕਾਫੀ ਸੰਗਤ ਗਈ ਸੀਗੀ। ਔਰ ਇਹਨਾਂ ਕਿ ਸਾਰੇ ਧਰਮਾਂ ਦੇ ਮੁਤਾਬਿਕ ਇੱਥੇ ਮਤਲਬ ਪਾਦਰੀ ਸੱਦੇ ਗਏ ਔਰ ਸਿੰਘ ਸਾਹਿਬਾਨ ਸੱਦੇ ਗਏ, ਜਾਂ ਅਗਰ ਕੋਈ ਮੁਸਲਮਾਨ ਸੀ ਵਿੱਚ ਤਾਂ ਉਹਨਾਂ ਵਾਸਤੇ ਕਹਿੰਦੇ ਕਿ ਉਹ ਮੌਲਵੀ ਸੱਦੇ ਗਏ ਸੀ। ਬਿਲਕੁਲ ਜੀ, ਬਿਲਕੁਲ। ਉਹ ਜਦੋਂ ਅਸੀਂ ਅਸਥੀਆਂ ਤੋਂ ਕੱਢਣੀਆਂ ਨਾ ਜਗ੍ਹਾ ਦੇ ਪਿੱਛੇ ਆਪਣੇ ਜਿੱਥੇ ਖੂਹ ਆ, ਖੂਹ ਦੇ ਵਿੱਚ ਜਦੋਂ ਪਟਾਈ ਸ਼ੁਰੂ ਕਰਨੀ ਸੀ, ਹਾਂਜੀ, ਉਹ ਖੂਹ ਦੀ ਪਟਾਈ ਉੱਤੋਂ ਬਿਲਡਿੰਗ ਹਟਾ ਕੇ, ਪੁਰਾਣੀ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਖੂਹ ਦੇ ਉੱਤੋਂ ਹਟਾ ਕੇ ਖੂਹ ਖਾਲੀ ਕਰਕੇ ਤੇ ਖੂਹ ਦੀ ਪਟਾਈ ਸ਼ੁਰੂ ਕਰਨ ਤੋਂ ਪਹਿਲਾਂ, ਹਾਂਜੀ, ਉਹ ਅਸੀਂ ਸਾਰਿਆਂ ਨੂੰ ਸੱਦਿਆ ਸੀਗਾ। ਇੱਥੋਂ ਆਪਣੇ ਕਾਦੀਆਂ ਤੋਂ ਲਿਆਂਦੇ ਸੀ ਮੌਲਵੀ, ਹਾਂਜੀ, ਹਰਿਦੁਆਰ ਤੋਂ ਪੰਡਤ ਆਏ ਸੀਗੇ ਤੇ ਜਿਹੜੇ ਆਪਣੇ 5 ਪਿਆਰੇ ਆਏ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਹਾਂਜੀ, ਤੇ ਬਾਕੀ ਜਿਹੜੇ ਕ੍ਰਿਸਚਨ ਸਾਡੇ ਪਾਦਰੀ ਉਹ ਉੱਥੋਂ ਅਜਨਾਲੇ ਦੇ ਸੀਗੇ, ਹਾਂਜੀ। ਉਹਨਾਂ ਨੂੰ ਫਿਰ ਅਸੀਂ ਕਿਹਾ ਵੀ ਜਿਹੜੇ ਇੱਥੇ ਵਿੱਚ ਅਸਥੀਆਂ ਨੇ ਉਹਨਾਂ ਦਾ ਪਤਾ ਨਹੀਂ ਕਿ ਕਿਹੜੇ ਧਰਮ ਦੇ ਨਾਲ ਸੰਬੰਧਿਤ, ਹਾਂਜੀ, ਤੇ ਕੋਈ ਐਸਾ ਕੰਮ ਨਾ ਹੋ ਜਾਵੇ ਜਿਹੜੇ ਕੱਲ੍ਹ ਨੂੰ ਸਾਡੇ 'ਤੇ ਕੋਈ ਉਂਗਲ ਉਠਾਵੇ ਜਾਂ ਕੋਈ ਨੁਕਤਾਚੀਨੀ ਹੋਵੇ। ਇਸ ਕਰਕੇ ਇਹਨਾਂ ਦਾ ਸਾਰਾ ਸਾਂਝਾ ਆਪੋ ਆਪਣੇ ਧਰਮ ਦੇ ਮੁਤਾਬਕ ਜੋ ਇਹਨਾਂ ਦੀ ਹੈਗੀ ਉਹ ਆਪਣੇ ਰਸਮਾਂ ਕਰ ਲਓ, ਹਾਂਜੀ।
ਫਿਰ ਇੱਥੇ ਉਦੋਂ ਚੌਵੇਂ ਧਰਮਾਂ ਦੇ ਬੰਦਿਆਂ ਨੇ, ਫਿਰ ਆਗੂਆਂ ਨੇ, ਜਿਹੜੇ ਧਾਰਮਿਕ ਆਗੂ ਸੀਗੇ, ਉਹਨਾਂ ਨੇ ਆਪਣੇ ਆਪਣੇ ਧਰਮ ਦੇ ਮੁਤਾਬਕ ਇਹਨਾਂ ਦੀ ਇੱਥੇ ਉਹ ਕਿਰਿਆ ਕੀਤੀ, ਜੋ ਕੁਝ ਕਰਨਾ ਸੀਗਾ। ਆਪਣੇ ਅਰਦਾਸ ਹੋਈ, ਪੰਜਾਂ ਪਿਆਰਿਆਂ ਨੇ ਅਰਦਾਸ ਕੀਤੀ ਖੂਹ ਪੁੱਟਣ ਤੋਂ ਪਹਿਲਾਂ, ਤੇ ਇਦਾਂ ਹੀ ਦੂਜੇ ਧਰਮਾਂ ਨੇ ਵੀ ਕੀਤਾ। ਉਦੋਂ ਬਾਅਦ ਜਿਹੜੀ ਖੂਹ ਦੀ ਪਟਾਈ ਸ਼ੁਰੂ ਕੀਤੀ। ਤੇ ਮਤਲਬ ਖੂਹ ਦੀ ਪਟਾਈ ਤੋਂ ਕਿੰਨੀ ਖੁਦਾਈ ਕੀਤੀ ਜਦੋਂ ਇਹ ਮਤਲਬ ਅਸਥੀਆਂ ਬਾਹਰ ਹੋਣੀਆਂ ਸ਼ੁਰੂ? ਤਕਰੀਬਨ 15 ਫੁੱਟ ਦੇ ਲਾਗੇ ਬੰਨੇ ਜਦੋਂ ਗਏ ਨਾ ਅਸੀਂ ਖੂਹ ਦੀ ਮਿੱਟੀ ਕੱਢਦੇ, ਤੇ ਫਿਰ ਉੱਥੋਂ ਲੱਭਣ ਡੈ ਪਿਆ ਸਾਨੂੰ ਅਸਥੀਆਂ। ਉਂਗਲਾਂ ਪਹਿਲਾਂ ਇੱਕ ਬੰਦਾ ਜਿਹੜਾ ਸੀ ਉਹ ਫੌਜੀ ਜਿਹੜਾ ਉਹ ਐ ਕਰਕੇ ਤਾਂ ਚੜ੍ਹਨ ਦੀ ਕੋਸ਼ਿਸ਼ ਜਿਵੇਂ ਕਰਦਾ ਸੀ, ਜੀਦੇ ਸੁੱਟੇ ਨੇ ਵਿੱਚ, ਜੀਦੇ ਵੀ ਕੋਈ ਸੁੱਟੇ ਸੀਗੇ, ਉਹ ਫਿਰ ਉਹਦੀਆਂ ਉਂਗਲਾਂ ਆਈਆਂ। ਕਹਿੰਦੇ ਕਿ ਜਦੋਂ ਬੰਦਾ ਡੁੱਬ ਰਿਹਾ ਹੋਵੇ ਤੇ ਉਹ ਕੱਖਾਂ ਕਣਾਂ ਨੂੰ ਵੀ ਹੱਥ ਪਾਉਂਦਾ, ਤੇ ਉਹਨੇ ਵੀ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਹੋਊ ਸ਼ਾਇਦ। ਉਹ ਇਸੇ ਤਰ੍ਹਾਂ ਹੀ ਇੰਜ ਕਰਕੇ ਅਸੀਂ ਵੇਖਿਆ ਜਦੋਂ ਤੇ ਪਹਿਲਾਂ ਉਹਦੀਆਂ ਉਂਗਲਾਂ ਆਈਆਂ ਉੱਤੋਂ, ਤੇ ਜੋ ਉਂਗਲਾਂ ਤੋਂ ਵੇਖਿਆ ਤੇ ਫਿਰ ਉਹ ਸਾਰੇ ਥੱਲੇ ਪੂਰੀ ਬੋਡੀ ਉਹਦੀ ਇੱਦਾਂ ਕੰਨ ਦੇ ਨਾਲ ਹੀ ਪੂਰਾ ਲੱਗਿਆ ਸੀਗਾ। ਅੱਛਾ। ਤੇ ਫਿਰ ਉਹਦੇ ਥੱਲੇ ਤੇ ਫਿਰ ਜਦੋਂ 15-16 ਫੁੱਟ ਠਾਂ ਗਏ ਆ, ਫਿਰ ਤੇ ਉਹਦੇ ਪੂਰੇ ਥੱਲੇ ਪਿੰਜਰ ਭਰੇ ਪਏ ਸੀਗੇ ਕਿ ਇੱਕਦਮ ਲਗਾਤਾਰ ਪਿੰਜਰ। ਕਰੀਬ ਗਿਣਤੀ ਦੇ ਵਿੱਚ ਕਿੰਨੇ ਸੀਗੇ? 282 ਹੁੰਦਾ ਜੀ ਇਤਿਹਾਸ ਦੇ ਵਿੱਚ, ਜੋ ਉਹਦਾ ਹੁੰਦਾ ਜੋ ਹੈਨਰੀ ਕੂਪਰ ਜਿਹੜਾ ਤੁਸੀਂ ਅੱਖੀਂ ਦੇਖਿਆ ਉਹਦੇ ਮੁਤਾਬਿਕ ਕੋਈ? ਦੇਖੋ ਅੱਖੀਂ ਜੋ ਸਾਨੂੰ ਉੱਥੋਂ ਨਿਕਲੀਆਂ ਅਗਨੀ, ਤੇ ਮੇਰੇ ਖਿਆਲ 'ਚ ਕੋਈ 60-62 ਦੇ ਲਾਗੇ ਬੰਨੇ ਖੋਪਰੀਆਂ ਮਿਲੀਆਂ, ਜਿਹੜੀਆਂ ਕੰਪਲੀਟ ਖੋਪਰੀਆਂ। ਬਾਕੀ ਗਲ ਗੁਲ ਗਈਆਂ ਜਾਂ ਕਿੱਦਾਂ ਹੋਇਆ ਸਮੇਂ ਦੇ ਮੁਤਾਬਕ, ਕਿਉਂਕਿ 157 ਸਾਲ ਬਾਅਦ ਇਹ ਪੁੱਟਿਆ ਗਿਆ। ਤੇ ਇਹਨਾਂ ਲੰਮੇ ਸਮੇਂ ਦੇ ਵਿੱਚ ਖਰਾਬ ਵੀ ਹੁੰਦੀਆਂ ਨੇ, ਪਰ ਫਿਰ ਵੀ ਜਿਹੜੀਆਂ ਬੋਨਸ ਸੀਗੀਆਂ ਉਹ ਕਾਫੀ ਹੱਦ ਤੱਕ ਜਿਹੜੀਆਂ ਉਹ ਨਿਕਲੀਆਂ ਕੰਪਲੀਟ। ਪਰ ਜਦੋਂ ਉਹਨੂੰ ਕੱਢਦੇ ਸੀ ਨਾ ਅਸੀਂ, ਹੁਣ ਅਸੀਂ ਜਿਹੜੇ ਇੱਥੇ ਕੱਢਣ ਵਾਲੇ ਸੀਗੇ, ਉਦੋਂ ਉਹਨਾਂ ਦਿਨਾਂ ਦੇ ਵਿੱਚ ਨਾ ਤੇ ਕੋਈ ਇੱਥੇ ਡਿਪਾਰਟਮੈਂਟ ਦਾ ਬੰਦਾ ਆਇਆ, ਤੇ ਨਾ ਕੋਈ ਸਰਕਾਰ ਦਾ ਬੰਦਾ, ਜਿਹੜੇ ਮਾਹਰ ਸੀ ਇਹਨਾਂ ਕੰਮਾਂ ਦੇ ਵਿੱਚ। ਅਸੀਂ ਬੜੀਆਂ ਉਦੋਂ ਪਹਿਲਾਂ ਚਿੱਠੀਆਂ ਲਿਖੀਆਂ ਸਰਕਾਰਾਂ ਨੂੰ ਵੀ। ਜਿਹੜੇ ਸੁਰਿੰਦਰ ਕੋਛੜ ਸੀ, ਉਹਨਾਂ ਦੇ ਯਤਨਾਂ ਸਦਕਾ ਸੁਰਿੰਦਰ ਕੋਛੜ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਇਹਦੇ ਵਿੱਚ। ਸਾਰਾ ਜੋ ਵੀ ਇਹ ਜੇ ਇੱਥੇ ਖੂਹ ਪੁੱਟਿਆ ਗਿਆ ਤੇ ਉਹਨਾਂ ਦੇ ਪ੍ਰੇਰਨਾ ਸਦਕੇ ਪੁੱਟਿਆ ਗਿਆ, ਕਿਉਂਕਿ ਉਹਨਾਂ ਨੇ ਹੀ ਸਾਨੂੰ ਇਸ ਚੀਜ਼ ਵਾਸਤੇ ਉਤਸ਼ਾਹਿਤ ਕੀਤਾ ਬਈ ਇਹ ਖੂਹ ਆਪਾਂ ਨੂੰ ਲੱਭਣਾ ਚਾਹੀਦਾ। ਜਿੱਦਾਂ ਚਿਰ ਖੂਹ ਨਹੀਂ ਲੱਭਦਾ ਉਦੋਂ ਤੱਕ ਇਸ ਦਾ ਇਤਿਹਾਸ ਨਹੀਂ ਬਣਦਾ ਜੀ ਨਾਲੇ ਦਾ। ਤੇ ਉਹਨਾਂ ਦੇ ਉਦਮਾਂ ਸਦਕਾ ਹੀ ਫਿਰ ਅਸੀਂ ਵੀ ਨਾਲ ਕੀਤਾ, ਸਾਰਾ ਉਪਰਾਲੇ ਕੀਤੇ, ਤੇ ਫਿਰ ਖੂਹ ਲੱਭਿਆ। ਤੇ ਖੂਹ ਤੇ ਅਚਾਨਕ ਹੀ ਲੱਭਿਆ, ਇਹਦੇ ਵਿੱਚ ਤੇ ਕੋਈ ਨਹੀਂ ਗੱਲ ਹੈਗੀ ਵੀ ਕੀ ਹੋਇਆ, ਉਹ ਅਚਾਨਕ ਹੀ ਖੂਹ ਲੱਭ ਗਿਆ। ਵੈਸੇ ਖੂਹ ਲੱਭਣ ਦੇ ਕੋਈ ਚਾਂਸ ਬਹੁਤ ਘੱਟ ਸੀਗੇ, ਅਸੀਂ ਆਸੇ-ਪਾਸੇ ਲੱਭਦੇ ਫਿਰਦੇ ਸੀ, ਲੇਕਿਨ ਖੂਹ ਜਿਹੜਾ ਉਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਬਿਲਕੁਲ ਥੱਲੇ ਸੀ। ਜਿਹੜੇ ਲੇਕਿਨ ਦੱਸਦੇ ਕਿ ਪਿੰਜਰ ਮਿਲੇ ਆ ਉਹਨਾਂ ਦੇ, ਜਿਵੇਂ ਮੰਨ ਲਓ ਜਿਵੇਂ ਹੁਣ ਮੈਂ ਹੀ ਅੰਗੂਠੀ ਪਾਈ ਆ, ਉਹਨਾਂ ਦੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਗਹਿਣਾ ਜਾਂ ਕੋਈ ਹੋਊਗਾ ਉਹਨਾਂ ਦੀ ਜੇਬ ਦੇ ਵਿੱਚ ਪੈਸੇ ਹੋਣਗੇ, ਜਾਂ ਉਹਨਾਂ ਸਮਿਆਂ ਦੇ ਮੁਤਾਬਿਕ ਜੋ ਸਿੱਕੇ ਚੱਲਦੇ ਸੀ ਅੰਗਰੇਜ਼ੀ ਰਾਜ ਦੇ, ਜਾਂ ਕੋਈ ਗਹਿਣਾ ਉਹਨਾਂ ਦੇ ਮਿਲਿਆ ਹੋਵੇ? ਬਿਲਕੁਲ ਮਿਲਿਆ ਜੀ ਉਹਨਾਂ ਦੇ। ਸਾਨੂੰ ਇੱਕ ਤੇ ਸਿੱਕੇ ਬੜੇ ਲੱਭੇ ਆ, ਤਕਰੀਬਨ 85 ਸਿੱਕੇ ਸੀਗੇ ਜਿਹੜੇ ਈਸਟ ਇੰਡੀਆ ਕੰਪਨੀ ਦੀਆਂ ਉੱਤੇ ਮੋਹਰਾਂ ਲੱਗੀਆਂ, ਮਤਲਬ 1800 ਤੇ 20 ਦੇ ਲਾਗੇ ਬੰਨੇ ਦੇ ਪੁਰਾਣੇ ਬਹੁਤ ਸਿੱਕੇ ਸੀ ਉਹਨਾਂ ਦੇ ਲੱਗੀਆਂ ਸੀ, ਉਹਨਾਂ ਦੀਆਂ ਈਸਟ ਇੰਡੀਆ ਕੰਪਨੀ ਦੀਆਂ ਮੋਹਰਾਂ ਸੀਗੀਆਂ। ਤੇ ਉਹ ਸਿੱਕੇ 85 ਸਿੱਕੇ ਨਿਕਲੇ ਆ। ਫਿਰ ਉਹਨਾਂ ਦੀਆਂ ਅੰਗੂਠੀਆਂ ਵੀ ਨਿਕਲੀਆਂ, ਫਿਰ ਕੜੇ ਵੀ ਨਿਕਲੇ ਆ, ਪਰ ਕੜੇ ਉਹ ਇੱਦਾਂ ਦੇ ਆਪਣੇ ਕੜੇ ਵਰਗੇ ਨਹੀਂ, ਕੜੇ ਉਹ ਕੱਟ ਵਾਲੇ ਕੜੇ ਸੀਗੇ। ਅੱਛਾ ਜੀ। ਕੱਟ ਵਾਲੇ ਕੜੇ, ਉਹ ਵੀ ਕੜੇ ਵੀ ਇੱਕ ਦੋ ਹੈਗੇ ਸੀਗੇ। ਫਿਰ ਉਹਦੇ ਵਿੱਚੋਂ ਇੱਕ ਸੋਨੇ ਦੀ ਮਾਲਾ ਨਿਕਲੀ, ਉਹ ਸੋਨਾ ਉਹ ਟੁੱਟੀ ਸੀ ਮਾਲਾ, ਉਹ ਸੋਨੇ ਦੀ ਤਾਰ ਵੀ ਨਿਕਲੀ, ਤਾਰ ਦੇ ਟੋਟੇ ਲੱਭੇ 2-3, ਤੇ ਮਣਕੇ ਲੱਭੇ ਆ, ਤਕਰੀਬਨ 30 ਕੁ ਮਣਕੇ ਸੀਗੇ, 28-30 ਸੋਨੇ ਦੇ, ਜਿਹੜੇ ਉਹ ਮਾਲਾ ਦੇ ਚ ਪਰੋਏ ਸੀ, ਉਹ ਕਿਸੇ ਨੇ ਗੱਲ 'ਚ ਸ਼ਾਇਦ ਪਾਈ ਹੋਊਗੀ। ਔਰ ਫਿਰ ਬੁਲਟ ਨਿਕਲੇ 2-3-4 ਬੁਲਟ ਨਿਕਲੇ, ਜਿਹੜੇ ਉਹਨਾਂ ਦੇ ਉਹ ਮਾਰੇ ਸੋਨੇ ਬੋਡੀ 'ਚ ਰਹਿ ਗਏ ਜਿਨ੍ਹਾਂ ਦੇ, ਕੁਝ ਤਾਂ ਬੁਲਟ ਪਾਰ ਹੋ ਗਏ ਜਿਨ੍ਹਾਂ ਦੀ ਬੋਡੀ 'ਚ, ਉਹ ਤਾਂ ਨਹੀਂ ਨਿਕਲੇ, ਜਾਂ ਕੁਝ ਮਿੱਟੀ ਮੁੱਟੀ 'ਚ ਰਲ ਗਏ, ਕੁਝ 3-4 ਬੁਲਟ ਵੀ ਨਿਕਲੇ ਉਹਨਾਂ ਦੀ ਬੋਡੀ 'ਚੋਂ, ਉਹ ਵੀ ਨਿਕਲੇ, ਕਾਫੀ ਸਮਾਨ ਨਿਕਲਿਆ ਸੀ। ਸੋ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਪਲੀਜ਼ ਲਾਈਕ ਕਰਿਓ, ਸਬਸਕ੍ਰਾਈਬ ਕਰਿਓ। ਹੱਸਦੇ ਰਹੋ, ਵਸਦੇ ਰਹੋ।